ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰ ਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰ ਰਹੇ ਹਾਂ, ਜਿੰਨੀ ਕੁ ਸੋਝੀ ਗੁਰਬਾਣੀ ਬਖਸ਼ਦੀ ਹੈ ਉਨੀ ਕੁ ਵਿਚਾਰ ਆਪਾਂ ਕਰਦੇ ਹਾਂ। ਅੱਜ ਦਾ ਜੋ ਸਾਹਿਬ ਦਾ ਫੁਰਮਾਨ ਹੈ, ਜਿਸ ਦੀ ਵਿਚਾਰ ਆਪਾਂ ਕਰਾਂਗੇ, ਗੁਰ ਕਿਰਪਾ ਦੁਆਰਾ ਸੁਣਿਆ 68 ਕਾ ਇਸ਼ਨਾਨ। ਹੁਣ ਗੁਰਬਾਣੀ ਦੇ ਅੰਦਰ ਇਹ ਬਚਨ ਦਰਜ ਹੈ ਕਿ ਜਿਨ੍ਹਾਂ ਨੂੰ ਉਹ ਧੁਰ ਕੀ ਬਾਣੀ ਸੁਣਦੀ ਹੈ ਉਹਨਾਂ ਦਾ ਇਸ਼ਨਾਨ ਵੀ ਹੁੰਦਾ ਹੈ। ਧੁਰ ਕੀ ਬਾਣੀ ਲਗਾਤਾਰ ਹੁੰਦੀ ਰਹਿੰਦੀ ਹੈ, ਇਸ਼ਨਾਨ ਵੀ ਲਗਾਤਾਰ ਹੀ ਹੁੰਦਾ ਹੈ, ਕਿਉਂਕਿ ਮੈਲ ਨਹੀਂ ਲੱਗਣੀ ਚਾਹੀਦੀ। ਜੇ ਮੈਲ ਲੱਗੀ ਜਾ ਰਹੀ ਹੈ ਫਿਰ ਉਹ ਇਸ਼ਨਾਨ ਥੋੜ੍ਹਾ ਗਿਣਿਆ ਜਾਂਦਾ ਹੈ। ਪਰ ਜੇ ਬਾਹਰੀ ਤੌਰ ਤੇ ਜਿਹਨੂੰ ਅਸੀਂ ਇਸ਼ਨਾਨ ਮੰਨਦੇ ਹਾਂ, ਅਸਲ ਵਿੱਚ ਉਹ ਪਿੰਡੇ ਨਹਾਉਣਾ ਹੈ। ਪਰ ਜਿਹੜੀ ਆਤਮਾ ਹੈ ਇਹਦਾ ਇਸ਼ਨਾਨ ਹੁੰਦਾ ਹੈ, ਮਨ ਦਾ ਇਸ਼ਨਾਨ ਹੁੰਦਾ ਹੈ, ਸਰੀਰ ਦਾ ਨਹਾਉਣਾ ਹੁੰਦਾ ਹੈ। ਇਸ ਗੱਲ ਦੀ ਗੁਰਬਾਣੀ ਦੇ ਅੰਦਰ ਹੀ ਸੰਖੇਪ ਵਿਆਖਿਆ ਹੈ, ਪਿੱਛੇ ਵੀ ਕੀਤੀ ਸੀਗੀ ਤੀਰਥ ਬਾਰੇ ਵੀ। ਉਹੀ ਗੱਲ ਪਾਤਸ਼ਾਹ ਨੇ ਇੱਥੇ ਵੀ ਆਖੀ ਹੈ। ਜਦੋਂ ਸਾਡੇ ਟੀਕਾਕਾਰੀ ਪ੍ਰਣਾਲੀ ਦੇ ਵਿੱਚ ਇਹਦਾ ਅਰਥ ਕੀਤਾ ਗਿਆ, ਉੱਥੇ ਆ ਗਿਆ 68 ਦਾ ਅਰਥ 68। ਪਰ 68 ਬਣਦੇ ਨਹੀਂ ਕਿਸੇ ਤਰੀਕੇ, 860 ਹੀ ਹੈ ਸ਼ਬਦ ਇਹ। ਸਨਾਤਨ ਮਤ ਦੇ 68 ਤੀਰਥ ਨੇ, ਪਰ ਗੁਰਮਤ ਇੱਕ ਹੈ, ਸੱਚ ਇੱਕ ਹੈ, ਉਸ ਦੀ ਦੂਜੀ ਚੀਜ਼ ਤਾਂ ਕੋਈ ਹੈ ਨਹੀਂ। ਦੂਜੀ ਮਾਇਆ, ਇੱਕ ਸੱਚ ਹੈ। ਸੱਚ ਸਰੂਪ ਜੋਤ ਆਪ ਹੈ, ਆਤਮਾ ਆਪ ਹੈ। ਜਦੋਂ ਆਤਮਾ ਦਾ ਧਿਆਨ ਮਾਇਆ ਚਲ ਜਾਂਦੀ ਹੈ, ਉਦੋਂ ਇਹ ਝੂਠ ਲੱਗਦੀ ਹੈ, ਮੈਲ ਲੱਗਦੀ ਹੈ। ਉਸ ਮੈਲ ਨੂੰ ਧੋਣਾ ਪੈਂਦਾ ਹੈ ਉਪਦੇਸ਼ ਦੁਆਰਾ, ਗਿਆਨ ਦੁਆਰਾ। ਜਿਵੇਂ ਪਾਤਸ਼ਾਹ ਨੇ ਗੁਰਬਾਣੀ ਦੇ ਅੰਦਰ ਵਾਰੀ ਜੋ 68 ਤੀਰਥ ਨੇ ਉਹਨਾਂ ਬਾਰੇ ਵੀ ਆਖਿਆ, ਜਿਨ੍ਹਾਂ ਨੂੰ ਅਸੀਂ ਤੀਰਥ ਕਹਿੰਦੇ ਹਾਂ। ਅੰਗ 473 ਉੱਪਰ ਪਾਤਸ਼ਾਹ ਕਹਿੰਦੇ 68 ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲ। ਹੁਣ ਸ਼ਬਦ ਉਹੀ ਵਰਤ ਲਿਆ ਉਹਨਾਂ ਵਾਲੇ, ਕਿਉਂਕਿ ਉਹ 68 ਮੰਨਦੇ 68। ਕਹਿੰਦੇ ਜਿਹੜੇ ਤੁਹਾਡੇ ਬਾਹਰ 68 ਤੀਰਥ ਨੇ, ਜੇ ਨਾਵਹਿ, ਜੇ ਤੁਸੀਂ ਉੱਥੇ ਜਾ ਕੇ ਨਹਾਉਂਦੇ ਹੋ ਤਾਂ ਉਤਰੇ ਨਾ ਹੀ ਮੈਲ। ਹੁਣ ਇੱਥੇ ਪਾਤਸ਼ਾਹ ਕਹਿੰਦੇ ਵੀ ਉੱਥੇ ਮੈਲ ਨਹੀਂ ਉਤਰਦੀ। ਪਰ ਜੇ ਹੁਣ ਬਾਹਰੀ ਜਿਹੜਾ ਤੀਰਥ ਹੈ ਉੱਥੇ ਸਰੀਰ ਕਰਕੇ ਆ ਪਿੰਡਾਂ ਨਹਾਉਣੇ ਆ, ਤਾਂ ਉੱਥੇ ਸਰੀਰ ਦੀ ਮੈਲ ਤਾਂ ਲੈ ਜਾਂਦੀ ਹੈ। ਪਰ ਪਾਤਸ਼ਾਹ ਕਹਿੰਦੇ ਉਤਰੇ ਨਾ ਹੀ ਮੈਲ, ਵੀ ਉੱਥੇ ਮੈਲ ਨਹੀਂ ਉਤਰਦੀ। ਇਹਦਾ ਮਤਲਬ ਮੈਲ ਫਿਰ ਕਿਸੇ ਚੀਜ਼ ਨੂੰ ਹੋਰ ਨੂੰ ਲੱਗੀ ਹੋਈ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ। ਹੁਣ ਮੈਲ ਤਾਂ ਮਨ ਨੂੰ ਲੱਗੀ ਹੈ। ਹੁਣ ਮਨ ਵੀ ਨਿਰਾਕਾਰੀ ਹੈ, ਮੈਲ ਆਕਾਰੀ ਲੱਗੀ ਹੋਈ ਹੈ, ਕਿਉਂਕਿ ਮਨ ਦੀ ਪਕੜ ਹੈ ਜਿਹੜੀ ਉਹ ਆਕਾਰ ਦੇ ਨਾਲ ਹੈ। ਆਪ ਇਹ ਨਿਰਾਕਾਰ ਹੈ, ਇਹਦੀ ਪਕੜ ਆਕਾਰ 'ਚ ਹੈ। ਇਹ ਸੰਸਾਰ ਤੇ, ਸੰਸਾਰ ਦੇ ਵਿੱਚ ਹੀ ਮਾਇਆ ਨੂੰ ਇਹ ਆਕਾਰ ਦੇ ਕੇ ਉਹਦੇ ਨਾਲ ਜੁੜ ਜਾਂਦਾ ਹੈ, ਉਹਦੇ ਨਾਲ ਪਕੜ ਵਧਾ ਰਿਹਾ ਹੈ। ਗੁਰਬਾਣੀ ਨੂੰ ਉਪਦੇਸ਼ ਦਿੰਦੀ ਹੈ ਕਿ ਛੋੜ ਛੋੜ ਰੇ ਵਿਖੇ ਆ ਕੇ ਰਸੂਆ, ਕਿ ਇਹਨਾਂ ਨੂੰ ਛੱਡ ਦੇ। ਵਿਖਿਆ ਦੇ ਰਸ ਨੇ, ਤੇਰੇ ਰਸ ਨਹੀਂ ਹੈ। ਰਸ ਸੋਇਨਾ ਰਸ ਰੂਪਾ, ਰਸ ਕਾਮਣ ਰਸ ਪਰਮਲ ਕੀ ਬਾਸ, ਏਤੇ ਰਸ ਸਰੀਰ ਕੇ। ਇਹ ਤਾਂ ਸਰੀਰ ਨਾਲ ਸੰਬੰਧਿਤ ਚੀਜ਼ਾਂ ਨੇ।
ਰਸ ਭੋਜਨ, ਰਸ ਮਾਸ, ਇਹ ਸਾਰੇ ਰਸ ਨੇ। ਇਹ ਜੋ ਮਾਇਆ ਦੇ ਰਸ ਨੇ, ਜੋ ਮਾਇਆ ਦਾ ਬਾਹਰ ਸਰੀਰ ਮਿਲੇ, ਇਹਦੇ ਰਸ ਵੱਖਰੇ ਹੈ। ਜਿਹੜੀ ਜੋਤ ਹੈ ਉਹਦਾ ਰਸ ਵੱਖਰਾ, ਉਹਦਾ ਇੱਕੋ ਹੀ ਰਸ ਹੈ, ਉਹ ਹੈ ਨਾਮ, ਹੁਕਮ, ਆਪਣੇ ਆਪ ਨੂੰ ਜਾਣਨਾ, ਸੱਚ। ਸੋ ਸਿੱਧਾ ਹੀ ਲਿਖਿਆ ਪਾਤਸ਼ਾਹ ਨੇ, 68 ਤੀਰਥ ਜੇ ਨਾਵੈ। ਕਹਿੰਦੇ ਜੇ ਤੂੰ ਬਾਹਰਲੇ ਤੀਰਥ ਮੰਨ ਲੈ, ਵੈਸੇ ਤਾਂ ਬਾਹਰ ਤੀਰਥ ਹੁੰਦਾ ਨਹੀਂ, ਪਰ ਤੂੰ ਮੰਨਦਾ। ਹੇ ਮੇਰੇ ਮਨ, ਤੂੰ ਬਾਹਰ ਮੰਨਦਾ ਵੀ ਬਾਹਰ ਵੀ ਤੀਰਥ ਹੁੰਦੇ ਨੇ, ਜੇ ਤੂੰ ਉੱਥੇ ਕਹਿੰਦੇ ਨਹਾ ਵੀ ਆਏਗਾ, ਉਤਰੇ ਨਾ ਹੀ ਮੈਲ। ਕਹਿੰਦੇ ਮਨ ਦੀ ਮੈਲ ਨਹੀਂ ਉਤਰਨੀ। ਹੁਣ ਬਾਹਰੀ ਜਿਹੜਾ ਤੀਰਥ ਹੈ, ਉਹਦੇ ਬਾਰੇ ਗੁਰਬਾਣੀ ਨੇ ਹੋਰ ਵੀ ਕੰਡੈਮੇਸ਼ਨ ਕੀਤੀ ਹੈ, ਖੰਡਨ ਕੀਤਾ। ਅੰਗ 885 ਦੇ ਉੱਪਰ ਕਹਿੰਦੇ ਕੋਈ ਨਹਾਵੈ ਤੀਰਥ ਕੋਈ ਹਜ ਜਾਏ। ਉਸ ਵੇਲੇ ਕਿਸੇ ਇਸਲਾਮ ਵਾਲੇ ਨੂੰ ਕਹਿ ਰਹੇ ਨੇ ਤੇ ਸਨਾਤਨ ਮਤ ਵਾਲੇ ਨੂੰ ਕਹਿੰਦੇ ਆ, ਕਿਉਂਕਿ ਸਨਾਤਨ ਮਤ ਦੇ ਵਿੱਚ ਤੀਰਥ ਤੇ ਜਾ ਕੇ ਨਹਾਉਣਾ ਪਵਿੱਤਰ ਹੈ, ਇਸਲਾਮ ਦੇ ਵਿੱਚ ਮੱਕੇ ਜਾ ਕੇ ਹਜ ਕਰਨਾ ਪਵਿੱਤਰ ਹੈ। ਉਸ ਵੇਲੇ ਦੋਨੇ ਕੈਟਾਗਰੀਆਂ ਨੇ ਉਹਨਾਂ ਦੇ ਸਾਹਮਣੇ। ਅੱਜ ਸਿੱਖ ਮਤ ਵੀ ਹੈ, ਸਿੱਖ ਮਤ ਵੀ ਕੁਛ ਇਸ ਤਰ੍ਹਾਂ ਦਾ ਕਰ ਰਹੀ ਹੈ। ਆਉਣ ਵਾਲੇ ਸਮੇਂ ਜਿਹੜਾ ਭਗਤ ਪ੍ਰਗਟ ਹੋਊਗਾ, ਉਹ ਆ ਕੇ ਸਿੱਖ ਮਤ ਤੇ ਵੀ ਖੰਡਨ ਕਰੂਗਾ, ਕਿਉਂਕਿ ਗੁਰਬਾਣੀ ਦੇ ਵਿੱਚ ਜਦੋਂ ਉਸ ਵੇਲੇ ਭਗਤ ਸਾਹਿਬਾਨਾਂ ਨੇ ਖੰਡਨ ਕੀਤਾ, ਗੁਰਬਾਣੀ ਦਾ ਅੱਜ ਵੀ ਮੌਜੂਦ ਹੈ। ਉਹ ਗੁਰਬਾਣੀ ਦੇ ਬਚਨ ਲੈ ਕੇ ਅੱਗੇ ਰੱਖੋ ਵੀ ਆ ਦੇਖੋ ਗੁਰਬਾਣੀ 'ਚ ਲਿਖਿਆ ਕਿ ਕੋਈ ਨਹਾਵੇ ਤੀਰਥ, ਵੀ ਕੋਈ ਤੀਰਥਾਂ ਤੇ ਜਾ ਕੇ ਨਹਾਉਂਦਾ, ਕੋਈ ਹਜ ਜਾਏ, ਕੋਈ ਹਜ ਕਰਨ ਜਾਂਦਾ। ਅਸੀਂ ਵੀ ਅੱਜ ਹਜ ਦਾ ਸ਼ਬਦ ਚੇਂਜ ਕਰ ਲਿਆ, ਅਸੀਂ ਯਾਤਰਾ ਕਰਨ ਜਾਂਦੇ ਹਾਂ। ਅਸੀਂ ਵੀ ਕਹਿੰਦੇ ਵੀ ਚਲੋ ਕਰੋ ਯਾਤਰਾ, ਫਲਾਣੇ ਥਾਂ ਤੇ ਚਲੋ, ਧਮਕੇ ਥਾਂ ਤੇ ਚਲੋ। ਉੱਥੇ ਜਾ ਕੇ ਯਾਤਰਾ ਜਿੱਥੇ ਜਾਂਦੇ ਉੱਥੇ ਕੀ ਦੇਖਦੇ ਹਾਂ ਅਸੀਂ? ਬਿਲਡਿੰਗ, ਪੱਥਰ, ਕਢਾਈ, ਸੋਨਾ, ਹੋਰ ਆਲਾ ਦਾਲਾ, ਸੁਰਤ ਉੱਥੇ ਖੜਦੀ ਹੈ। ਜਿਹੜੀ ਗੁਰਬਾਣੀ ਉੱਥੇ ਹੈ, ਉਹੀ ਦਾ ਗੁਰਬਾਣੀ ਸਾਡੇ ਕੋਲ ਵੀ ਹੈ। ਗੁਰਬਾਣੀ 'ਚ ਸ੍ਰੀ ਪਾਤਸ਼ਾਹ ਰਾਮਾਨੰਦ ਜੀ ਵੀ ਕਹਿੰਦੇ, ਊਹਾਂ ਤੋਂ ਜਾਈਏ ਜੋ ਈਹਾਂ ਨਾ ਹੋਏ। ਕਹਿੰਦੇ ਇੰਨੀ ਦੂਰ ਜਾ ਕੇ ਵੀ ਗੁਰਬਾਣੀ ਵਿਚਾਰਨੀ, ਇੱਥੇ ਵਿਚਾਰ ਲਓ। ਸਭ ਕਿਛ ਘਰ ਮੈਂ ਬਾਹਰ ਕਿਛ ਨਾਹੇ, ਬਾਹਰ ਟੋਲ ਐਸੇ ਭਰਮ ਭੁਲਾਏ। ਕਹਿੰਦੇ ਵਸਤੂ ਹਿਰਦੇ ਦੇ ਵਿੱਚ ਹੈ, ਬਾਹਰ ਲੱਭਦਾ ਫਿਰਦਾ। ਬਾਹਰੀ ਤੌਰ ਤੇ ਤਾਂ ਜਾ ਕੇ ਕਿਸੇ ਨਾਲ ਵਿਚਾਰ ਕਰੀਦੀ ਹੈ, ਰਸਤੇ ਦਾ ਪਤਾ ਨਹੀਂ, ਕਿਸੇ ਤੋਂ ਰਸਤਾ ਪੁੱਛੀਦਾ। ਬਾਹਰੀ ਤੌਰ ਤੇ ਜਾਣ ਦਾ ਸਿਰਫ ਇੰਨਾ ਹੀ ਮਨੋਰਥ ਹੈ, ਇੰਨਾ ਹੀ ਪਰਪਜ ਹੈ ਕਿ ਅਸੀਂ ਜਾ ਕੇ ਉੱਥੋਂ ਰਸਤੇ ਦੀ ਪੁੱਛੀਏ। ਜੇ ਤਾਂ ਅਸੀਂ ਕਿਤੇ ਗੁਰਦੁਆਰੇ, ਮੰਦਿਰ, ਮਸਜਿਦ ਵਿੱਚ ਜਾ ਕੇ ਕਰਦੇ ਹਾਂ ਵਿਚਾਰ ਵੀ ਭਾਈ ਸਾਨੂੰ ਪਰਮਾਰਥ ਬਾਰੇ ਨਹੀਂ ਪਤਾ, ਸਾਨੂੰ ਸਮਝਾਓ, ਕੁਛ ਸਾਨੂੰ ਸੂਝੀ ਪਾਓ, ਫਿਰ ਤਾਂ ਕਿਸੇ ਹੱਦ ਤੱਕ ਹੈਗੀ ਠੀਕ। ਜੇ ਅਸੀਂ ਗਏ ਤੇ ਉਹੀ ਬਿਲਡਿੰਗ ਨੂੰ ਦੇਖ ਕੇ ਮੁੜੇ, ਉਹਨੂੰ ਹੀ ਅਸੀਂ ਦਰਸ਼ਨ ਵੀ ਦਰਸ਼ਨ ਕਰਿਆ, ਉਹ ਦਰਸ਼ਨ ਨਹੀਂ ਹੈ। ਫਿਰ ਸੁਰਤ ਉਹ ਪਕੜ 'ਚ ਖੜੂਗੀ। ਸੋ ਬੜੀ ਬਰੀਕ ਮਾਰਗ ਹੈ। ਅੰਗ 1136 ਦੇ ਉੱਪਰ ਵੀ ਪਾਤਸ਼ਾਹ ਕਹਿੰਦੇ ਹਜ ਕਾਬੇ ਜਾਓ ਨਾ ਤੀਰਥ ਪੂਜਾ, ਏਕੋ ਸੇਵੀ ਅਵਰ ਨਾ ਦੀਜਾ। ਕਹਿੰਦੇ ਵੀ ਅਸੀਂ ਤਾਂ ਨਹੀਂ ਹਜ ਕਾਬੇ ਜਾਂਦੇ, ਨਾ ਅਸੀਂ ਕੋਈ ਤੀਰਥ ਤੇ ਜਾ ਕੇ ਪੂਜਾ ਕਰਦੇ ਹਾਂ। ਬਾਹਰੀ ਤੌਰ ਤੇ ਨਾ ਤਾਂ ਸਾਡਾ ਕੋਈ ਤੀਰਥ ਹੈ, ਨਾ ਕਿਤੇ ਅਸੀਂ ਹਜ ਕਾਬੇ ਜਾਂਦੇ ਹਾਂ। ਹੁਣ ਜਿਸ ਵੇਲੇ ਇਹ ਗੱਲ ਆਖੀ ਹੋਊਗੀ ਪਾਤਸ਼ਾਹ ਨੇ ਸਰੀਰ ਕਰਕੇ, ਤਾਂ ਜਿਹੜੇ ਇਸਲਾਮ ਵਾਲੇ ਆ, ਕਾਬੇ ਤੇ ਭਰੋਸਾ ਕਰਦੇ ਆ, ਮੰਨਦੇ ਆ, ਉਹਨਾਂ ਨੂੰ ਤਾਂ ਫਿਰ ਤਕਲੀਫ ਹੋਈ ਹੋਊ ਵੀ ਇਹ ਤਾਂ ਸਾਡੇ ਧਰਮ ਤੇ ਅਟੈਕ ਕਰਦਾ। ਜਦੋਂ ਪਾਤਸ਼ਾਹ ਨੇ ਇਹ ਗੱਲ ਆਖੀ ਉਹ ਵੀ ਕੋਈ ਨਹਾਵੇ ਤੀਰਥ ਕੋਈ ਹਜ ਜਾਏ, ਕਿਸੇ ਤੇ ਉਹ ਅਟੈਕ ਕਰਦੇ ਆ। ਜਿਵੇਂ ਪਾਤਸ਼ਾਹ ਕਹਿੰਦੇ ਕੋਈ ਬੋਲੇ ਰਾਮ ਰਾਮ, ਇਹਦਾ ਮਤਲਬ ਉਹ ਆਪ ਨਹੀਂ ਰਾਮ ਰਾਮ ਬੋਲਦੇ, ਕੋਈ ਬੋਲਦਾ। ਕਹਿੰਦੇ ਕੋਈ ਬੋਲਦਾ, ਮੈਂ ਨਹੀਂ ਬੋਲਦਾ। ਕੋਈ ਖੁਦਾਏ, ਕੋਈ ਖੁਦਾਏ ਖੁਦਾਏ ਕਰ, ਕੋਈ ਸੇਵੈ ਗੁਸਈਆਂ, ਕੋਈ ਆਲਾਏ। ਉਹ ਕਹਿੰਦੇ ਕੋਈ ਕੁਛ ਕਰਦਾ ਹੈ,
ਅਸੀਂ ਨਹੀਂ ਕਰ ਰਹੇ, ਸਾਡਾ ਕਰਨਾ ਕੁਝ ਹੋਰ ਹੈ, ਇਹ ਕਿਸੇ ਦਾ ਕਰਨਾ ਹੈ। ਸ਼ਬਦ 'ਚ ਫਰਕ ਪਾਉਂਦੇ ਆ ਪਾਤਸ਼ਾਹ। ਕੋਈ ਇਸ ਤਰ੍ਹਾਂ ਕਰਦਾ, ਕੋਈ ਹੱਜ ਕਾਬੇ। ਅਸੀਂ ਨਹੀਂ ਕਹਿੰਦੇ ਜਾਂਦੇ, ਕੋਈ ਜਾ ਰਿਹਾ ਹੱਜ ਕਾਬੇ ਜਾਓ ਨਾ, ਕਹਿੰਦੇ ਅਸੀਂ ਨਹੀਂ ਜਾਂਦੇ। ਨਾ ਤੀਰਥ ਪੂਜਾ, ਨਾ ਸਾਡੀ ਕੋਈ ਬਾਹਰ ਤੀਰਥ ਤੇ ਜਾ ਕੇ ਪੂਜਾ। ਹੁਣ ਭਗਤ ਸਾਹਿਬਾਨ ਤਾਂ ਕੁਛ ਨਹੀਂ ਕਰਦੇ ਸੀ, ਪਰ ਹੇ ਮੇਰੇ ਮਨਾ, ਅੱਜ ਉਹਨਾਂ ਭਗਤਾਂ ਦੇ ਨਾਮਾਂ ਦੇ ਉੱਪਰ ਹੀ ਸਾਰਾ ਕੁਝ ਹੋ ਰਿਹਾ। ਨਾ ਉਹਨਾਂ ਦਾ ਵਰਤਿਆ ਜਾ ਰਿਹਾ, ਮੱਤ ਆਪਣੀ ਚੱਲ ਰਹੀ ਹੈ। ਸੱਚੇ ਦੀ ਦਰਗਾਹ ਦੇ ਵਿੱਚ ਦੋਸ਼ੀ ਗਿਣਿਆ ਜਾਏਗਾ, ਕਿਉਂਕਿ ਉੱਥੇ ਬੈਠੇ ਨੇ ਭਗਤ ਸਾਹਿਬਾਨ। ਉਹਨਾਂ ਨੇ ਕਹਿਣਾ ਵੀ ਅਸੀਂ ਤਾਂ ਕਹਿ ਕੇ ਨਹੀਂ ਆਏ, ਸਾਡੇ ਤਾਂ ਤੁਹਾਡੇ ਕੋਲ ਰਿਟਨ ਪ੍ਰੂਫ ਪਏ ਆ, ਗੁਰਬਾਣੀ ਪਈ ਹੈ, ਤੁਸੀਂ ਗੁਰਬਾਣੀ 'ਚ ਦਿਖਾਓ, ਅਸੀਂ ਕਦ ਤੁਹਾਨੂੰ ਕਹਿ ਕੇ ਆਏ ਵੀ ਤੁਸੀਂ ਇਸ ਤਰ੍ਹਾਂ ਕਰਿਓ। ਔਰ ਜਿਹੜਾ ਕੁਝ ਅਸੀਂ ਤੁਹਾਨੂੰ ਕਹਿ ਕੇ ਆਏ ਉਹ ਤੁਸੀਂ ਕਰਿਆ ਨਹੀਂ। ਇੱਕੋ ਸੇਵੀ ਅਵਰ ਨਾ ਦੂਜਾ, ਆਹ ਹੈ ਇੱਕੋ ਸੇਵੀ। ਕਹਿੰਦੇ ਇੱਕ ਹੋਣ ਵਾਸਤੇ ਸੇਵਾ ਕਰਨੀ ਸੀ ਤੁਸੀਂ, ਅਵਰ ਨਾ ਦੂਜਾ, ਦੂਜੀ ਚੀਜ਼ ਤਾਂ ਕੋਈ ਹੈ ਨਹੀਂ, ਤੂੰ ਹੀ ਇੱਕ ਹੈ। ਤੂੰ ਇੱਕ ਹੋਣ ਦੇ ਲਈ ਕੁਛ ਕਰਨਾ ਸੀ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਕਾਹਦੇ ਵਾਸਤੇ ਲਾਹਾ ਲੈਣ ਆਇਆ? ਇੱਕ ਹੋਣ ਵਾਸਤੇ, ਇੱਕਾ ਕਰਨ ਵਾਸਤੇ ਲਾਹਾ ਲੈਣਾ ਕਿ ਇੱਕ ਹੋ ਜਾਵਾਂ। ਕਿਉਂਕਿ ਜਦੋਂ ਇੱਕ ਹੋਣਾ ਤਾਂ ਹੀ ਦੁਵਿਧਾ ਖਤਮ ਹੋਣੀ ਹੈ। ਜੇ ਦੋ ਹੈ ਤਾਂ ਦੁਵਿਧਾ, ਦੋ ਵਿਧਾ, ਦੋ ਗੱਲਾਂ ਚੱਲਦੀਆਂ ਰਹਿਣਗੀਆਂ, ਕਰਾਂ ਕਿ ਨਾ ਕਰਾਂ, ਜਾਵਾਂ ਕਿ ਨਾ ਜਾਵਾਂ। ਜਦੋਂ ਇੱਕ ਹੋ ਗਿਆ ਫਿਰ ਇੱਕ ਫੈਸਲਾ ਵੀ ਜਾਣਾ ਤਾਂ ਜਾਣਾ ਹੀ ਹੈ, ਕਰਨਾ ਤਾਂ ਕਰਨਾ ਹੀ ਹੈ, ਨਹੀਂ ਤਾਂ ਨਹੀਂ ਜਾਣਾ। ਅੰਗ 161 ਉੱਪਰ ਵੀ ਪਾਤਸ਼ਾਹ ਕਹਿੰਦੇ ਇਹ ਜੱਗ ਜਨਮਿਆ ਦੂਜੇ ਪਾਏ। ਕਹਿੰਦੇ ਇਸ ਜੱਗ ਵਿੱਚ ਆਉਣ ਦਾ ਕਾਰਨ ਕੀ ਹੋਇਆ? ਦੂਜੀ ਪਾਏ, ਦੂਜੀ ਭੁੱਖ ਹੈ। ਮਾਇਆ ਪੈਦਾ ਕਰ ਲਈ, ਮਾਇਆ ਕਰਕੇ ਫਿਰ ਜੋਤ ਨੂੰ ਵੀ ਆਉਣਾ ਪੈਣਾ। ਜਿਹੜੀ ਜੋਤ ਨੇ ਆਪਣੀ ਇੱਛਾ ਪੈਦਾ ਕਰੀ, ਜਿੰਨੀ ਉਹਦੀ ਇੱਛਾ ਉਨੀ ਉਹਦੀ ਮਾਇਆ ਹੈ। ਉਨੀ ਉਹਦੇ ਹਿੱਸੇ 'ਚ ਧਰਤੀ ਆਉਣੀ ਹੈ, ਉਨੀ ਉਹਦੇ ਹਿੱਸੇ 'ਚ ਮਾਇਆ ਆਈ। ਕਿਸੇ ਨੇ ਆ ਕੇ ਇੱਥੇ ਮਾਇਆ ਵਧਾ ਲਈ, ਕਿਸੇ ਨੇ ਆਪਣੀ ਆ ਕੇ ਘਟਾ ਲਈ। ਜਿਹਨੇ ਘਟਾ ਲਈ ਉਹ ਫਿਰ ਉਸੇ ਅਤੀਤ 'ਚ ਚਲਾ ਗਿਆ, ਜਿਹਨੇ ਵਧਾ ਲਈ ਉਹ ਆਪਣਾ ਮਾਇਆ 'ਚ ਫਸ ਗਿਆ। ਹਰ ਇੱਕ ਜੋਤ ਦੀ ਆਪੋ ਆਪਣੀ ਸ੍ਰਿਸ਼ਟੀ ਹੈ, ਆਪੋ ਆਪਣੀ ਮਾਇਆ ਹੈ। ਆਗਿਆਕਾਰੀ ਕੀਨੀ ਮਾਇਆ, ਸਭ ਦੇ ਅਧੀਨ ਹੈ ਮਾਇਆ। ਪਰ ਹੇ ਮੇਰੇ ਮਨਾ, ਤੂੰ ਇੱਥੇ ਆ ਕੇ ਇੰਨਾ ਜ਼ਿਆਦਾ ਬਦਲ ਗਿਆ ਕਿ ਤੂੰ ਖੁਦ ਮਾਇਆ ਦੇ ਅਧੀਨ ਹੋ ਗਿਆ। ਮਨ ਮਾਇਆ ਹਾਥ ਬਿਕੰਨ, ਤੂੰ ਤਾਂ ਵਿਕ ਕੇ ਰਹਿ ਗਿਆ। ਇਹ ਜੱਗ ਜਨਮਿਆ, ਇਹ ਜੱਗ 'ਚ ਆ ਕੇ ਸਰੀਰ ਧਾਰਿਆ ਦੂਜੇ ਪਾਏ, ਦੂਜੀ ਭੁੱਖ ਦਾ ਕਾਰਨ। ਜੇ ਪੁੱਛ ਵੀ ਸਰੀਰ ਆਉਣਾ ਕਾਹਤੇ ਪਿਆ? ਦੂਜੀ ਪਾਏ, ਦੂਜੀ ਭੁੱਖ ਲੈ ਆਈ। ਦੂਈ ਕੁਦਰਤ ਸਾਜੀ ਹੈ। ਅੰਗ 1013 ਉੱਪਰ ਵੀ ਪਾਤਸ਼ਾਹ ਕਹਿੰਦੇ ਚਾਰ ਪਦਾਰਥ ਲੈ ਜਗ ਜਨਮਿਆ, ਸਿਵ ਸ਼ਕਤੀ ਘਰ ਵਾਸਤਰੇ। ਹੁਣ ਆਇਆ ਕੀ ਕਰਨਾ ਇੱਥੇ? ਪਹਿਲਾਂ ਤਾਂ ਦੂਜੀ ਭੁੱਖ ਇਹਨੂੰ ਇੱਥੇ ਲੈ ਆਈ। ਹੁਣ ਦੂਜੀ ਭੁੱਖ ਤੋਂ ਖਹਿੜਾ ਕਿਵੇਂ ਛੁੱਟੂ? ਚਾਰ ਪਦਾਰਥ ਲੈ ਜਗ, ਜਗ ਦੇ ਗੱਗੇ ਨੂੰ ਸਿਹਾਰੀ ਆ, ਉੱਪਰਲਾ ਜੱਜਾ ਗੱਗਾ ਜੱਗ ਹੈ। ਹੁਣ ਜੱਗ ਦੇ ਅੰਦਰ, ਹਿਰਦੇ ਦੇ ਅੰਦਰ ਚਾਰ ਪਦਾਰਥ ਲੈਣ ਵਾਸਤੇ ਆਇਆ। ਜਦੋਂ ਚਾਰ ਪਦਾਰਥ ਹੋ ਗਏ ਫਿਰ ਜੋਤ ਦਾ ਜਨਮ ਹੋਣਾ। ਜਦੋਂ ਦੂਜੀ ਭਾ ਪੈਦਾ ਕੀਤੀ ਦੀ ਫਿਰ ਸਰੀਰ ਮਿਲਿਆ, ਫਿਰ ਮਨ ਦਾ ਜਨਮ ਹੋਇਆ। ਜਦੋਂ ਚਾਰ ਪਦਾਰਥ ਲੈਣਾ ਫਿਰ ਮਨ ਨੇ ਮਰਨਾ, ਮਰ ਕੇ ਦੁਬਾਰਾ ਜਿਉਂਦਾ ਹੋਣਾ। ਸ਼ਿਵ ਸ਼ਕਤੀ ਘਰ ਵਾਸਤਰੇ, ਸ਼ਿਵ ਸ਼ਕਤੀ, ਸ਼ਿਵ ਹੈ ਸਾਡਾ ਮੂਲ, ਸ਼ਕਤੀ ਹੈ ਉਹਦਾ ਹੁਕਮ। ਘਰ ਅੰਦਰ, ਹਿਰਦੇ ਅੰਦਰ ਵਾਸਤਰੇ, ਉਹ ਤਾਂ ਤੇਰੇ ਹਿਰਦੇ 'ਚ ਹੀ ਹੈ ਪਾਤਸ਼ਾਹ ਕਹਿੰਦੇ। ਉਹ ਨਹੀਂ ਕਿਤੇ ਜਾਂਦਾ, ਉਹਦਾ ਧਿਆਨ ਹੈ, ਉਹ ਉੱਥੇ ਟਿਕਿਆ। ਹੁਣ ਗੁਰਮਤਿ ਦਾ ਵੀ ਇੱਕ ਤੀਰਥ ਹੈ, ਉਹ ਵੀ ਆਪਾਂ ਗੁਰਬਾਣੀ ਤੋਂ ਪੁੱਛਦੇ ਹਾਂ ਵੀ ਤੁਸੀਂ ਕਿਹਨੂੰ ਮੰਨਦੇ ਹੋ? 68 ਕਾ ਇਸ਼ਨਾਨ। ਪਾਤਸ਼ਾਹ ਕਹਿੰਦੇ 250 ਅੰਗ ਦੇ ਉੱਪਰ ਗੁਰਦੇਵ ਤੀਰਥ,
ਦੇਖੋ ਗੁਰਮਤਿ ਦਾ ਤੀਰਥ ਕੀ ਹੈ। ਤੀ ਹੁੰਦੀ ਹੈ ਬੁੱਧੀ, ਰਥ ਹੁੰਦਾ ਉਹਦਾ ਸਰੀਰ, ਉਹਦੀ ਇੱਛਾ। ਗੁਰਦੇਵ, ਦੇਵ ਹੈ ਸਾਡਾ ਮੂਲ, ਜਿਹਦਾ ਅਸੀਂ ਗੁਰ ਲੈਣ ਵਾਸਤੇ ਆਏ ਹਾਂ, ਜਿਹਦੀ ਬਾਰੇ ਅਸੀਂ ਸੋਝੀ ਲੈਣ ਵਾਸਤੇ ਆਏ ਹਾਂ। ਬੁੱਧੀ ਨੂੰ ਆਖਦੇ ਨੇ, ਕਹਿੰਦੇ ਗੁਰਦੇਵ ਉਸ ਗਿਆਨ ਪ੍ਰਾਪਤ ਕਰ, ਦੇਵ ਤੋਂ ਲੈ ਤੀਰਥ ਅੰਮ੍ਰਿਤ ਸਰੋਵਰ। ਉਹ ਅੰਮ੍ਰਿਤ ਦਾ ਸਰੋਵਰ ਹੈ। ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰ ਗਿਆਨ ਮੱਜਨ ਅਪਰੰਪਰ। ਗੁਰ ਗਿਆਨ, ਹੁਣ ਇੱਥੇ ਸਿੱਧਾ ਹੀ ਅਰਥ ਕਰਦਾ, ਗਿਆਨ ਦਾ ਅਰਥ ਵੀ ਗੁਰ ਹੈ। ਹੁਣ ਅਸੀਂ ਇਹਦਾ ਗੁਰ ਗਿਆਨ ਦਾ ਅਰਥ ਕਰ ਲਿਆ ਗੁਰੂ ਦਾ ਗਿਆਨ। ਅਸੀਂ ਗੁਰੂ ਦਾ ਗਿਆਨ ਕਿਵੇਂ ਲੈ ਲਾਂਗੇ? ਗੁਰੂ ਤਾਂ ਸਾਨੂੰ ਗਿਆਨ ਦੇ ਰਿਹਾ ਹੈ, ਗੁਰ ਗਿਆਨ ਹੈ। ਜਿਹੜਾ ਗੁਰ ਹੈ ਉਹੀ ਗਿਆਨ ਹੈ। ਕਿਤੇ ਗੁਰ ਕਹਿਤਾ, ਕਿਤੇ ਗਿਆਨ ਕਹਿਤਾ। ਇੱਥੇ ਇਕੱਠਾ ਤਾਂ ਲਿਖਤਾ ਕਿ ਕਿਤੇ ਅਰਥ ਨੂੰ ਬਦਲ ਨਾ ਲਿਓ ਤੁਸੀਂ, ਕਿ ਗੁਰ ਹੀ ਗਿਆਨ ਹੁੰਦਾ ਹੈ। ਮੱਜਨ ਪਰੰਪਰਾ, ਉਹਦੇ ਵਿੱਚ ਜਿਹੜਾ ਇਸ਼ਨਾਨ ਹੋਣਾ ਉਹ ਅਪਰੰਪਰ ਹੈ। ਇਹ ਨਿਸ਼ਾਨੀ ਹੈ ਕਿ ਜਦੋਂ ਅਸੀਂ ਅੰਮ੍ਰਿਤ ਦੇ ਸਰੋਵਰ ਦੇ ਅੰਦਰ, ਜਿਹੜਾ ਸਾਡਾ ਹਿਰਦਾ ਹੈ ਉਹ ਐਡਾ ਵੱਡਾ ਸਰੋਵਰ ਹੈ, ਉਹਦੇ ਅੰਦਰ ਅੰਮ੍ਰਿਤ ਹੈ। ਉਹ ਅੰਮ੍ਰਿਤ ਬੁੱਧੀ ਨੂੰ ਪ੍ਰਾਪਤ ਹੁੰਦਾ ਹੈ। ਬੁੱਧੀ ਉਸ ਅੰਮ੍ਰਿਤ ਨੂੰ ਪ੍ਰਾਪਤ ਕਰਕੇ ਰਥ ਦੇ ਉੱਪਰ ਸਵਾਰ ਹੁੰਦੀ ਹੈ। ਰਥ ਕੀ ਹੈ? ਸ਼ਬਦ, ਇੱਛਾ, ਹੁਕਮ ਤੇ ਅਸਵਾਰ ਹੋ ਜਾਂਦੀ ਹੈ ਬੁੱਧੀ। ਹੁਕਮ ਫਿਰ ਇਹਨੂੰ ਇੰਨੀ ਸਪੀਡ ਨਾਲ ਚਲਾਉਂਦਾ ਹੈ, ਫਿਰ ਇਹਨੂੰ ਸਾਰੀ ਸ੍ਰਿਸ਼ਟੀ ਦੀ ਤਾਂ ਸੋਝੀ ਹੁੰਦੀ ਹੈ। ਉਹ ਪਾਰਾਵਾਰ ਹੈ ਉਹਦਾ। ਅੰਗ 199 ਦੇ ਉੱਪਰ ਪਾਤਸ਼ਾਹ ਇੱਕ ਹੋਰ ਬਾ ਕਮਾਲ ਵਚਨ ਕਰਦੇ, ਕਹਿੰਦੇ ਸੰਤ ਕਾ ਦਰਸ਼ਨ ਪੂਰਨ ਇਸ਼ਨਾਨ। ਹੁਣ ਆਹ ਕਿਹੜਾ ਸੰਤ ਹੈ? ਹੁਣ ਅਸੀਂ ਤਾਂ ਸੰਤ ਬਾਹਰ ਮੰਨਦੇ ਹਾਂ ਕਿਸੇ ਦੇ ਸਰੀਰ ਨੂੰ, ਇਹ ਸੰਤ ਹੈ। ਪਰ ਪਾਤਸ਼ਾਹ ਕਹਿੰਦੇ ਸੰਤ ਕਾ ਦਰਸ਼, ਵੀ ਜੇ ਸੰਤ ਦਾ ਦਰਸ਼ਨ ਹੋ ਜਾਵੇ ਤਾਂ ਪੂਰਨ ਇਸ਼ਨਾਨ ਹੋ ਜਾਂਦਾ ਹੈ। ਹੁਣ ਸਾਡੇ ਬਾਹਰੀ ਤੌਰ ਤੇ ਇਸ਼ਨਾਨ ਤਾਂ ਪਾਣੀ 'ਚ ਕਰਦੇ ਹਾਂ। ਫਿਰ ਜਾਂ ਤਾਂ ਹੋਵੇ ਵੀ ਸੰਤ ਬੈਠੇ, ਅਸੀਂ ਗਏ, ਉਹਨਾਂ ਦਾ ਦਰਸ਼ਨ ਹੋ ਗਿਆ ਤਾਂ ਸਾਡਾ ਇਸ਼ਨਾਨ ਹੋ ਗਿਆ, ਇਹ ਤਾਂ ਅਸੀਂ ਵਾਪਸ ਆ ਜਾਈਏ। ਪਰ ਅਸੀਂ ਇੱਧਰ ਨੂੰ ਵੀ ਨਹੀਂ ਇਸ ਗੱਲ ਨੂੰ ਮੰਨ ਕੇ ਰਾਜੀ। ਇਸ਼ਨਾਨ ਅਸੀਂ ਪਾਣੀ 'ਚ ਕਰਦੇ ਹਾਂ, ਫਿਰ ਸੰਤਾਂ ਦਾ ਦਰਸ਼ਨ ਵੀ ਕਰਦੇ ਹਾਂ। ਪਰ ਪਾਤਸ਼ਾਹ ਸਾਰੀ ਗੱਲ ਉਲਟ ਕਰਦੇ ਆ। ਕਹਿੰਦੇ ਸੰਤ ਕੀ ਹੈ? ਤੇਰਾ ਮੂਲ ਹੈ। ਉਹਦਾ ਦਰਸ਼ ਕੀ ਹੈ? ਉਹਦੇ ਅੰਦਰੋਂ ਨਿਕਲਣ ਵਾਲੀ ਸੋਝੀ। ਜੋ ਸੰਤ ਬੋਲਦਾ, ਉਹਦੇ ਜਿਹੜੇ ਬੋਲ ਨੇ, ਉਹਦਾ ਜਿਹੜਾ ਬਚਨ ਹੈ, ਉਹ ਸੋਝੀ ਹੈ। ਉਹਦੇ ਵਿੱਚ ਪੂਰਨ ਇਸ਼ਨਾਨ, ਪੂਰੀ ਦੀ ਪੂਰੀ ਸੋਝੀ ਆ ਜਾਣੀ। ਮਨ ਨੇ ਉਹਦੇ ਵਿੱਚ ਨਹਾਵੇ, ਮਨ ਉਸ ਹੁਕਮ ਨੂੰ, ਉਸ ਸੋਝੀ ਨੂੰ ਸਮਝੇ, ਫਿਰ ਇਸ਼ਨਾਨ ਹੋ ਰਿਹਾ। ਕਿਉਂਕਿ ਜੋ ਸਾਡਾ ਮੂਲ ਸੰਤ ਹੈ ਜਾਂ ਰਾਮ ਹੈ, ਪ੍ਰਭ ਹੈ, ਬਿੰਦ ਹੈ, ਉਹ ਕੁਛ ਬੋਲਦਾ, ਉਹ ਚੇਤਨ ਹੈ। ਸਵੈ ਘਟ ਰਾਮ ਬੋਲੇ, ਸਾਰਿਆਂ ਦੇ ਹਿਰਦਿਆਂ 'ਚ ਹੈ। ਰਾਮ ਬਿਨਾ ਕੋ ਬੋਲੇ, ਰਾਮ ਤੋਂ ਬਿਨਾ ਕੋਈ ਬੋਲਦਾ ਨਹੀਂ। ਜਿਹੜਾ ਕੁਛ ਰਾਮ ਬੋਲਦਾ, ਉਹਦਾ ਬੋਲ ਜਦੋਂ ਸਾਡੇ ਅੰਦਰੋਂ ਫੁਰਨਾ ਪ੍ਰਗਟ ਹੁੰਦਾ, ਉਸ ਫੁਰਨੇ ਨੂੰ ਸਾਡਾ ਮਨ ਬੁੱਧੀ ਬਦਲਦੇ ਨੇ। ਉਹ ਫੁਰਨਾ ਸਾਡਾ ਜਿਵੇਂ ਜਿਵੇਂ ਮਾਇਆ ਤੱਕ ਪਹੁੰਚਦਾ ਉਹ ਬਦਲਦਾ। ਪਰ ਜਿਹੜਾ ਗੁਰਮੁਖ ਹੁੰਦਾ ਉਹਦਾ ਬਦਲਦਾ ਨਹੀਂ। ਉਹਦੇ ਅੰਦਰ ਜਿਹੜਾ ਫੁਰਨਾ ਹੁੰਦਾ ਉਹੀ ਬਾਹਰ ਹੁੰਦਾ। ਤਾਂ ਹੀ ਤਾਂ ਪਾਤਸ਼ਾਹ ਨੇ ਲਿਖਿਆ ਵੀ ਜਿਨ ਮਨ ਹੋਰ ਮੁਖ ਹੋਰ, ਸੇ ਕਾਂਡੇ ਕੱਚੇ। ਸਾਡੇ ਮਨ 'ਚ ਕੁਛ ਹੋਰ ਹੈ, ਮੂੰਹੋਂ ਅਸੀਂ ਕੁਛ ਹੋਰ ਬੋਲਦੇ। ਜਿਹੜਾ ਗੁਰਮੁਖ ਆ ਉਹਦੇ ਮਨ 'ਚ ਵੀ ਉਹੀ ਕੁਛ ਹੈ, ਉਹਦੇ ਮੁੱਖੋਂ ਵੀ ਉਹੀ ਕੁਛ ਹੈ। ਅਸਲੀ ਜਿਹੜਾ ਤੀਰਥ ਹੈ ਉਹ ਸਾਡਾ ਹਿਰਦਾ ਹੀ ਹੈ। 860
ਸੁਣਿਆ 68, ਜਿਹਨਾਂ ਨੂੰ ਵੀ ਤੁਰ ਕੀ ਬਾਣੀ ਸੁਣੀ ਹੈ ਉਹਨਾਂ ਦੀ 8 ਗੁਣਾਂ ਦੇ ਨਾਲ 60 ਪਈ ਹੋਈ ਹੈ। 60 ਹੁੰਦੀ ਹੈ ਗੰਠ ਪੈ ਜਾਣੀ। ਪਿੰਡੀ ਪਾਈ ਗੰਢ, ਜੇ ਜਾਣਾ ਲੜ ਛਿਜੜਾ, ਪੀਡੀ ਪਾਈ ਗੰਢ। ਪੂਰੀ ਪੱਕੀ ਗੰਢ ਦੇ ਲੈਣੀ। ਸਾਚੀ ਪ੍ਰੀਤ ਹਮ ਤੁਮ ਸੰਗ ਜੋਰੀ, ਜੋੜ ਲਈ। 8 ਗੁਣਾਂ ਦੀ ਗੱਠ ਪੈ ਜਾਣੀ ਹੈ। ਇੱਕ ਦੇ 8 ਗੁਣ ਨੇ, ਉਹ ਹੈ ਸੁਣਿਆ। ਜਦੋਂ 8 ਗੁਣਾਂ ਨਾਲ ਇਹ ਪੂਰਾ ਹੋ ਜਾਂਦਾ ਫੇਰ ਇਹਨੂੰ ਸੁਣਦੀ ਹੈ ਤੁਰ ਕੀ ਬਾਣੀ। 8 ਗੁਣਾਂ ਨੂੰ ਦੀ ਸਾਂਝ ਪਵਾਉਣ ਤੱਕ ਮਦਦ ਕਰਦੀ ਹੈ ਗੁਰਬਾਣੀ। ਗੁਰਬਾਣੀ 8 ਗੁਣ ਪੂਰੇ ਕਰ ਦਿੰਦੀ ਹੈ। ਜਦੋਂ 8 ਗੁਣ ਪੂਰੇ ਹੋ ਜਾਂਦੇ ਆ ਫਿਰ ਇਹਦੇ ਅੰਦਰੋਂ ਜਿਹੜਾ ਸ਼ਬਦ ਗੁਰੂ ਹੈ, ਤੱਤ ਸਰੂਪ ਹੈ ਇਹਦਾ, ਆਪਦਾ ਬਾਹਰ ਆ ਜਾਂਦਾ ਹੈ। ਜਦੋਂ ਦੇਹੀਂ ਚੰਗੀ ਤਰ੍ਹਾਂ ਜੰਮ ਜਾਂਦਾ ਹੈ, ਪੂਰਾ ਜਾਗ ਲੱਗੇ ਤੇ ਪੂਰਾ ਜੰਮ ਜਾਂਦਾ, ਜਦੋਂ ਉਹਨੂੰ ਰਿੜਕਿਆ ਜਾਂਦਾ ਫਿਰ ਉਹ 'ਚੋਂ ਮੱਖਣ ਬਾਹਰ ਆਉਂਦਾ। ਜੇ ਦਹੀਂ ਪੂਰਾ ਜੰਮਿਆ, ਦੁੱਧ ਜੰਮਿਆ ਨਾ ਹੋਵੇ ਤਾਂ ਮੱਖਣ ਵੀ ਨਹੀਂ ਪੂਰਾ ਨਿਕਲਦਾ। ਪੂਰਾ ਜੰਮ ਜਾਵੇ ਫਿਰ ਉਹਨੂੰ ਚੰਗੀ ਤਰੀਕੇ ਨਾਲ ਰਿੜਕਿਆ ਜਾਵੇ ਤਾਂ ਮੱਖਣ ਬਾਹਰ ਆ ਜਾਂਦਾ ਹੈ। ਇਸੇ ਤਰ੍ਹਾਂ ਜਦੋਂ 8 ਗੁਣ ਪੂਰੇ ਹੋ ਜਾਂਦੇ, ਇੱਕ ਦੇ 8 ਗੁਣ ਨੇ, ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ, ਇਹ 8 ਗੁਣ ਨੇ। ਜਦੋਂ ਇਹ ਗੁਣਾਂ 'ਚ ਸੰਯੁਕਤ ਹੋ ਜਾਂਦੀ ਆਤਮਾ ਪ੍ਰਾਤਮਾ ਇੱਕ ਹੋ ਜਾਂਦੀਆਂ ਨੇ, ਫਿਰ ਇਹਦੇ ਅੰਦਰੋਂ ਪ੍ਰਗਟ ਹੁੰਦਾ ਮੱਖਣ, ਉਹ ਹੈ ਪਰਮਾਤਮ। ਆਤਮ ਚੀਨ ਪ੍ਰਾਤਮ ਸੋਈ। ਆਤਮ ਜਦੋਂ ਬਣ ਜਾਂਦਾ, ਆਤਮਾ ਪ੍ਰਾਤਮਾ ਹੋ ਕੇ ਇੱਕ ਆਤਮ ਬਣ ਜਾ, ਆਤਮਾ ਫਿਰ ਖੋਜ ਕਰਦਾ। ਦੁੱਧ ਤੇ ਦਹੀਂ ਇਕੱਠੇ ਹੋ ਕੇ ਜੰਮ ਜਾਂਦੇ ਆ, ਜਾਗ ਲੱਗ ਗਿਆ, ਫਿਰ ਇਹਨਾਂ ਨੂੰ ਰਿੜਕਿਆ, ਫਿਰ ਆ ਗਿਆ ਮੱਖਣ। ਆਤਮਾ ਪ੍ਰਾਤਮਾ ਇੱਕ ਹੋਈਆਂ ਤਾਂ ਬਣ ਗਿਆ ਆਤਮ। ਆਤਮ ਦਿਓ ਕਹਿ ਲਓ, ਬ੍ਰਹਮ ਕਹਿ ਲਿਓ, ਚਾਹੇ ਆਤਮ ਕਹਿ ਦਿਓ, ਦੇਵ ਕਹਿ ਦਿਓ, ਆਤਮ ਦਿਓ ਪੂਜੀ ਇਹ ਵੀ ਆਉਂਦਾ ਬਚਨ। ਆਤਮ ਬਣ ਗਿਆ। ਆਤਮ ਜਿਹੜਾ ਕੱਲਾ ਮੱਖਣ ਹੈ, ਇਹ ਇੱਕ ਹੋਏ ਤੋਂ ਬਾਅਦ ਜਦੋਂ ਉੱਗਦਾ, ਇਹ ਉੱਗਦਾ ਜਦੋਂ, ਇਹ ਉਸ ਵੇਲੇ ਇਹਦੇ ਕੋਲ ਆਰਾਧਨਾ ਹੁੰਦੀ ਹੈ। ਜਿਹੜਾ ਮੱਖਣ ਹੈ ਉਹ ਆਰਾਧਨਾ ਕਰਦਾ, ਭਾਵ ਕਿ ਮੱਖਣ ਨੂੰ ਅੱਗ ਤੇ ਚਾੜਿਆ ਜਾਂਦਾ। ਫਿਰ ਮੱਖਣ ਦੇ ਅੰਦਰੋਂ ਉੱਥੇ ਵੀ ਜਿਹੜੀ ਮਾੜੀ ਮੋਟੀ ਮੱਖਣ 'ਚ ਲੱਸੀ ਹੁੰਦੀ ਹੈ ਖਤਮ ਹੋ ਜਾਂਦੀ ਹੈ, ਸੜ ਜਾਂਦੀ ਹੈ, ਕੱਲਾ ਤੱਤ ਘਿਓ ਰਹਿ ਜਾਂਦਾ। ਜਿਹੜਾ ਘਿਓ ਹੈ ਉਹ ਹੈ ਤੁਰ ਕੀ ਬਾਣੀ, ਤੇ ਜਿਹੜਾ ਮੱਖਣ ਹੈ ਉਹ ਹੈ ਸੁਗਿਆਨ ਬਾਹਰ ਦੇਣਾ। ਗੁਰਬਾਣੀ ਮੱਖਣ ਹੈ, ਤੇ ਜਿਹੜਾ ਗੁਰਬਾਣੀ ਦਾ ਮੱਖਣ ਖਾ ਲੈਂਦਾ, ਸੰਤੋ ਮੱਖਣ ਖਾਇਆ, ਜਿਹੜੇ ਸੰਤ ਨੇ ਮੱਖਣ ਖਾ ਲਿਆ, ਗੁਰਬਾਣੀ ਦੇ ਗਿਆਨ ਨੂੰ ਮੰਨ ਲਿਆ, ਔਰ ਉਸ ਗਿਆਨ ਨੂੰ ਪ੍ਰਾਪਤ ਕਰਕੇ ਉਹਦੇ ਤੇ ਪਹਿਰਾ ਦੇਣ ਲੱਗ ਜਾਵੇ ਜਿਹੜੀ ਜੋਤ, ਉਹਨੂੰ ਫਿਰ ਘਿਓ ਮਿਲਦਾ, ਉਹਨੂੰ ਤੁਰ ਕੀ ਬਾਣੀ ਪ੍ਰਗਟ ਹੁੰਦੀ ਹੈ। ਕਿਉਂਕਿ ਮੱਖਣ ਦੀ ਲਾਈਫ ਥੋੜੀ ਹੈ, ਘਿਓ ਦੀ ਲਾਈਫ ਜ਼ਿਆਦਾ ਹੈ। ਜਿੰਨਾ ਚਿਰ ਕੋਈ ਵਿਅਕਤੀ ਬੋਲਦਾ ਉਹਦੇ ਕੋਲ ਸਮਾਂ ਬਹੁਤ ਲਿਮਟਡ ਹੁੰਦਾ। ਜਿਵੇਂ ਪਾਤਸ਼ਾਹੀਆਂ ਕੋਲ ਲਿਮਟਡ ਸਮਾਂ ਸੀ, ਉਹ ਬੋਲ ਗਏ, ਪਰ ਉਹਨਾਂ ਦਾ ਜਿਹੜਾ ਮੁੱਖੋਂ ਬੋਲਿਆ ਗਿਆ ਸੱਚ ਹੈ, ਉਹ ਗੁਰਬਾਣੀ ਅੱਜ ਵੀ ਹੈ। ਇਹ ਅਨਲਿਮਟਡ ਸਮਾਂ ਹੈ। ਜਿਨ੍ਹਾਂ ਨੇ ਲਿਖੀ ਉਹ ਸਰੀਰ ਕਰਕੇ ਨਹੀਂ, ਪਰ ਉਹਨਾਂ ਦੀ ਲਿਖਤ ਅੱਜ ਵੀ ਪਈ ਹੈ। ਵੇਦ ਪਤਾ ਨਹੀਂ ਕਦੋਂ ਲਿਖੇ ਗਏ, ਕਿਹੜੇ ਗੁਰਮੁਖ ਨੇ ਲਿਖੇ, ਉਹ ਗੁਰਮੁਖ ਸਰੀਰ ਕਰਕੇ ਨਹੀਂ, ਪਰ ਵੇਦ ਹੈ, ਗੁਰਬਾਣੀ ਹੈ। ਅਸੀਂ ਇਹਦੇ ਚੋਂ ਮੱਖਣ ਖਾਣਾ। ਜਿਹੜੇ ਜਿਹੜੇ ਜੋਤ ਨੇ ਮੱਖਣ ਖਾ ਲਿਆ, ਇੱਕ ਹੋ ਗਏ, ਮੱਖਣ ਖਾ ਲਿਆ। ਇੱਕ ਹੋਣ ਤੋਂ ਬਾਅਦ ਜਦੋਂ ਉੱਗਣਾ, ਉਸ ਵੇਲੇ ਆਰਾਧਨਾ ਸ਼ੁਰੂ ਹੁੰਦੀ ਹੈ। ਆਰਾਧਨਾ ਆਰਾਧਨੀਕਾ ਹਰ ਹਰ ਨਾਮ ਆਰਾਧਨਾ। ਆਰਾਧਨਾ ਹੁੰਦੀ ਹੋਈ ਨਾਮ ਦੀ ਹੈ, ਪਰ ਫਿਰ ਨਾਮ ਪ੍ਰਗਟ ਹੋ ਜਾਂਦਾ, ਤੁਰ ਕੀ ਬਾਣੀ ਹਿਰਦੇ 'ਚ ਪ੍ਰਗਟ ਹੋ ਜਾਂਦੀ ਹੈ, ਜੀਵਨ ਸਫਲ ਹੈ।
ਸੋ 8 ਤੋਂ ਭਾਵ ਹੁੰਦਾ ਇੱਕ ਹੋਣ ਲਈ 8 ਪੱਖਾਂ ਦੀ ਸੋਝੀ ਹੋਣੀ। 8 ਦੀ ਸੋਝੀ ਹੋ ਜਾਣ ਤੋਂ ਹੀ 60 ਭਾਵ ਗੱਠ ਹੈ। ਫਿਰ ਇਸ਼ਨਾਨ ਹੈ। ਫਿਰ ਹਿਰਦੇ ਵਿੱਚੋਂ ਸਾਰੀ ਮੈਲ ਉਦੋਂ ਨਿਕਲਦੀ ਹੈ ਜਦੋਂ ਤੁਰਕੀ ਬਾਣੀ ਆਉਂਦੀ ਹੈ। ਜਿਵੇਂ ਮੱਖਣ ਚੋਂ ਲੱਸੀ ਉਦੋਂ ਖਤਮ ਹੁੰਦੀ ਹੈ ਜਦੋਂ ਅੱਗ ਤੇ ਚਾੜਿਆ ਜਾਂਦਾ ਹੈ। ਉੱਥੇ ਜਾ ਕੇ ਕਿਹਾ ਸੀਗਾ ਕਬੀਰ ਸਾਹਿਬ ਰਵਿਦਾਸ ਜੀ ਪਾਤਸ਼ਾਹ ਨੇ ਵੀ ਇਹ ਜਨਮ ਤੁਮਾਰੇ ਲੇਖੇ। ਉੱਥੇ ਜਾ ਕੇ ਜਨਮ ਹੋ ਜਾਂਦਾ। ਫਿਰ ਆਤਮਾ ਦਾ ਜਿਵੇਂ ਬਾਹਰ ਇੱਥੇ ਮਾਤਾ ਦੇ ਗਰਭ ਚੋਂ ਬਾਹਰ ਸਰੀਰ ਆ ਕੇ ਸਰੀਰ ਦਾ ਜਨਮ ਹੁੰਦਾ ਹੈ, ਇਸੇ ਤਰ੍ਹਾਂ ਰਾਮ ਗਰਭ ਚੋਂ ਜਦੋਂ ਬਾਹਰ ਜਾਂਦਾ ਤਾਂ ਇਹਦਾ ਜਨਮ ਉੱਥੇ ਨਿਰਾਕਾਰੀ ਜਨਮ ਹੁੰਦਾ ਹੈ। ਤਾਂ ਪਾਤਸ਼ਾਹ ਨੇ ਇੱਥੇ ਵਿੱਚ ਲਿਖਿਆ ਸੁਣਿਆ 68 ਕਾ ਇਸ਼ਨਾਨ। ਕਹਿੰਦੇ ਜਿਹਨੂੰ ਜਿਹਨੂੰ ਤੁਰਕੀ ਬਾਣੀ ਸੁਣਦੀ ਹੈ ਉਸ ਜੋਤ ਨੂੰ ਸੁਣਦੀ ਹੈ ਜਿਹਦਾ 68 ਕਾ ਇਸ਼ਨਾਨ ਹੋਇਆ ਹੁੰਦਾ। ਜਿਹਨੇ 8 ਪੱਖਾਂ ਦੀ ਸੋਝੀ ਪ੍ਰਾਪਤ ਕਰ ਲਈ ਹੁੰਦੀ ਹੈ, ਇਸ਼ਨਾਨ ਕਰਕੇ ਆਪਣੀ ਆਤਮਾ ਸ਼ੁੱਧ ਕਰ ਲੈਂਦੀ ਕਿ ਲਈ ਹੋਈ ਹੈ, ਉਹਨਾਂ ਨੂੰ ਤੁਰਕੀ ਬਾਣੀ ਸੁਣਦੀ ਹੈ। ਜਿਹੜੇ ਸੰਸਾਰੀ ਧਾਰਮਿਕ ਲੋਕ ਨੇ ਉਹ ਬਾਹਰਲੇ ਤੀਰਥਾਂ ਤੇ ਇਸ਼ਨਾਨ ਕਰਕੇ ਕਹਿ ਦਿੰਦੇ ਆ ਸਾਨੂੰ ਬਾਣੀ ਸੁਣਦੀ ਹੈ। ਉਹਨਾਂ ਨੂੰ ਬਾਣੀ ਨਹੀਂ ਸੁਣਦੀ, ਉਹਨਾਂ ਨੂੰ ਗੁਰਬਾਣੀ ਸੁਣਦੀ ਹੈ। ਅਸੀਂ ਕਿਸੇ ਵੀ ਬਾਹਰੀ ਤੌਰ ਤੇ ਜੋ ਸਾਡੀ ਧਰਤੀ ਦੇ ਉੱਪਰ ਗੁਰਦੁਆਰੇ ਨੇ ਸਾਨੂੰ ਉੱਥੇ ਜਾ ਕੇ ਗੁਰਬਾਣੀ ਹੋਈ ਸੁਣਦੀ ਹੈ। ਉਹ ਤਾਂ ਗੁਰਬਾਣੀ ਅਸੀਂ ਘਰੇ ਵੀ ਸੁਣ ਸਕਦੇ ਹਾਂ। ਜਿੱਥੇ ਮਰਜ਼ੀ ਚਲੇ ਜਾਈਏ ਉੱਥੇ ਸਾਨੂੰ ਗੁਰਬਾਣੀ ਓ ਸੁਣੂਗੀ। ਬਾਣੀ ਹਮੇਸ਼ਾ ਹੀ ਹਿਰਦੇ 'ਚ ਸੁਣਦੀ ਹੈ। ਆਇਓ ਸੁਣਨ ਪੜ੍ਹਨ ਕੋ ਬਾਣੀ। ਉਹ ਬਾਣੀ ਤਾਂ ਸੁਣਨ ਵਾਸਤੇ ਆਇਆ ਸੀ। ਨਾਮ ਵਿਸਾਰ ਲੱਗੇ ਅਨ ਲਾਲਚ, ਉਹ ਨਾਮ ਹੈ, ਉਹ ਤਾਂ ਅਸੀਂ ਵਿਸਾਰਤਾ। ਲੱਗੇ ਅਨ ਲਾਲਚ, ਅਸੀਂ ਤਾਂ ਹੋਰ ਲਾਲਚ 'ਚ ਪੈ ਗਏ। ਬਿਰਥਾ ਜਨਮ ਪ੍ਰਾਣੀ, ਹੇ ਪ੍ਰਾਣੀ ਤੇਰਾ ਜਨਮ ਤਾਂ ਬਿਰਥਾ ਜਾ ਰਿਹਾ। ਸੋ ਜਦੋਂ ਇਹ ਸੋਝੀ ਆ ਜਾਂਦੀ ਹੈ ਇੱਕ ਹੋ ਕੇ ਉੱਗ ਜਾਂਦਾ ਹੈ, ਜਿਹਨੂੰ ਪਾਤਸ਼ਾਹ ਗੁਰਬਾਣੀ 'ਚ ਕਹਿੰਦੇ ਆ ਸੁੰਦਰ ਪੁਰਖ ਵਿਰਾਜਤ। ਫਿਰ ਉਹ ਪੁਰਖ, ਫਿਰ ਉਹ ਜੋਤ ਬੜੀ ਸੁੰਦਰ ਹੋ ਕੇ ਆਪਣੇ ਨਿਜ ਆਸਣ ਦੇ ਉੱਪਰ ਸਦਾ ਲਈ ਵਿਰਾਜਮਾਨ ਹੁੰਦੀ ਹੈ, ਸੁਸ਼ੋਭਿਤ ਹੁੰਦੀ ਹੈ। ਉਨਾ ਚਿਰ ਨਹੀਂ ਹੁੰਦੀ। ਇੱਥੋਂ ਤੱਕ ਕਿ ਅੱਜ ਦੀ ਵਿਚਾਰ ਸੀ ਜੋ ਗੁਰ ਕਿਰਪਾ ਦੁਆਰਾ ਕੀਤੀ ਗਈ ਹੈ। ਅਗਲੇ ਬਚਨ ਦੀ ਵਿਚਾਰ ਜੇ ਗੁਰ ਨੇ ਕਿਰਪਾ ਕੀਤੀ ਤਾਂ ਫਿਰ ਕੀਤੀ ਜਾਵੇਗੀ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।